ਸਤਿਨਾਮ ਸ਼੍ਰੀ ਵਾਹਿਗੁਰੂ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਗਮਪੁਰਾ ਸ਼ਹਿਰ ਕੋ ਨਾਓ, ਦੁਖ ਅੰਦੋਹ ਨਹੀਂ ਤੇ ਠਾਓ। ਨਾ ਤਸਵੀਸ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਅਬ ਮੋਹੇ ਖੂਬ ਬਤਨ ਗਹਿ ਪਾਈ, ਊਹਾਂ ਖੈਰ ਸਦਾ ਮੇਰੇ ਭਾਈ। ਰਹਾ ਕਾਇਮ ਦਾਇਮ ਸਦਾ ਪਾਤਸ਼ਾਹੀ, ਦੋਮਨਾ ਸੇਮਨਾ ਏਕ ਸੋ ਆਹੀ। ਆਬਾ ਦਾਨ ਸਦਾ ਮਸ਼ਹੂਰ, ਊਹਾਂ ਗਨੀ ਬਸਹਿ ਮਾਮੂਰ। ਤਿਉ ਤਿਉ ਸੈਲ ਕਰਹਿ ਜਿਉ ਭਾਵੈ, ਮਹਿਰਮ ਮਹਿਲ ਨ ਕੋ ਅਟਕਾਵੈ। ਕਹਿ ਰਵਿਦਾਸ ਖਲਾਸ ਚਮਾਰਾ, ਜੋ ਹਮ ਸਹਿਰੀ ਸੋ ਮੀਤ ਹਮਾਰਾ। ਭਗਤ ਰਵਿਦਾਸ ਜੀ ਦਾ ਸ਼ਬਦ ਲੈ ਰਹੇ ਹਾਂ, ਕਿਉਂਕਿ ਇਨਸਾਨ ਨੂੰ ਇਹ ਸੁਨਹਿਰੀ ਚਾਂਸ ਮਿਲਿਆ ਰੱਬ ਦਾ ਭਜਨ ਕਰਨ ਵਾਸਤੇ, ਪਰ ਇਹ ਧੰਦਿਆਂ 'ਚ ਪਿਆ ਆਪਣਾ ਜੀਵਨ ਜਿਹੜਾ ਵਿਅਰਥ ਗਵਾ ਕੇ ਚਲੇ ਜਾਂਦਾ। ਮਾਰੇ ਕਹਿੰਦੇ ਧੰਦਾ ਕਿਸ ਨੇ ਜਿੱਤਿਆ, ਸਭ ਧੰਦੇ ਹਾਰੇ। ਧੰਦੇ ਅੱਜ ਤਾਂ ਜਿੱਤੇ ਨਹੀਂ, ਧੰਦੇ ਕਰਦੇ ਕਰਦੇ ਹਾਰ ਜਾਂਦੇ ਆ, ਮਰ ਮੁੱਕ ਜਾਂਦੇ ਆ। ਤੇ ਮਨੁੱਖ ਦੇ ਮਿਲੀ ਆ ਪਰਮਾਤਮਾ ਨੂੰ ਮਿਲਣ ਵਾਸਤੇ। ਇਹ ਠੀਕ ਆ, ਜਦ ਤਾਈਂ ਇਨਸਾਨ ਜੀਂਦਾ ਆ, ਇਹਨੂੰ ਆਪਣੀਆਂ ਲੋੜਾਂ ਦੀ ਪੂਰਤੀ ਲਈ ਮਹਾਰਾਜ ਦਾ ਹੁਕਮ ਆ, ਧਰਮ ਦੀ ਕਿਰਤ ਕਰਨੀ ਆ। ਤਲ ਨਾਲ ਨਾਮ ਜਪਣ ਦਾ ਵੀ ਉਪਦੇਸ਼ ਹੈ। ਇਹ ਕਿਰਤ ਜਿਹੜੀ ਆ ਉਹ ਵੀ ਵੰਡ ਕੇ ਖਾਣੀ ਆ। ਇਸ ਕਰਕੇ ਤੇ ਇੱਥੇ ਤੇ ਸੀਮਤ ਨਹੀਂ ਰਹਿਣਾ। ਕਮਾ ਲਿਆ ਖਾ ਲਿਆ, ਕੋਈ ਸੇਵਾ ਨਹੀਂ ਕੀਤੀ, ਕੋਈ ਭਜਨ ਨਹੀਂ, ਕੋਈ ਪੁੰਨਦਾਨ ਨਹੀਂ, ਕੋਈ ਤੀਰਥ ਇਸ਼ਨਾਨ ਨਹੀਂ, ਕੋਈ ਨੇਕੀ ਦਾ ਕੰਮ ਨਹੀਂ ਕੀਤਾ। ਨਾਲ ਨਾਲ ਮਨੁੱਖ ਜਨਮ ਦੀ ਸਫਲਤਾ ਵਾਸਤੇ ਇਹ ਵੀ ਜ਼ਰੂਰ ਹੈ। ਬਾਕੀ ਚਾਰ ਚੀਜ਼ਾਂ ਜਿਹੜੀਆਂ ਨਿੰਦਰਾ, ਭੋਜਨ ਆ, ਤੇ ਬੱਚੇ ਪੈਦਾ ਕਰਨੇ ਆ, ਭੈ ਡਰ ਆ। ਇਹ ਚਾਰ ਚੀਜ਼ਾਂ ਮਨੁੱਖਾਂ ਦੀਆਂ, ਪਸ਼ੂਆਂ ਪੰਛੀਆਂ ਦੀਆਂ ਇੱਕੋ ਜਿਹੀਆਂ। ਬੰਦਿਆਂ 'ਚ ਵਿਸ਼ੇਸ਼ਤਾ ਕਾਹਦੀ ਆ? ਇਹ ਗਿਆਨ ਦੀ ਵਿਸ਼ੇਸ਼ਤਾ ਹੈ। ਜੇ ਗਿਆਨ ਧਿਆਨ ਪ੍ਰਾਪਤ ਨਹੀਂ ਕੀਤਾ, ਉਹ ਤਾਂ ਪਸ਼ੂ ਕਰਕੇ ਪਸ਼ੂ ਆ। ਇਹ ਮਨੁੱਖ ਹੁੰਦਾ ਵੀ ਪਸ਼ੂ ਹੈ, ਕਿਉਂਕਿ ਇਸਨੇ ਆ ਕੇ ਸੰਗਤ ਨਹੀਂ ਕੀਤੀ, ਨਾਮ ਨਹੀਂ ਜਪਿਆ, ਮਹਾਂਪੁਰਖਾਂ ਦੀ ਸੰਗਤ 'ਚ ਨਹੀਂ ਆਇਆ, ਭਜਨ ਬਾਣੀ ਨਹੀਂ ਕੀਤੀ, ਤੇ ਜਨਮ ਵਿਅਰਥ ਕਰਕੇ ਤੁਰ ਜਾਂਦਾ ਹੈ। ਭਗਤ ਰਵਿਦਾਸ ਜੀ ਨੂੰ ਪੁੱਛਿਆ ਕਿ ਮਹਾਰਾਜ ਤੁਸੀਂ ਮਨ ਕਰਕੇ ਕਿੱਥੇ ਰਹਿੰਦੇ ਆ? ਉਹ ਕਹਿੰਦੇ ਭਾਈ ਜੀ ਅਸੀਂ ਜਿਹੜੇ ਦੇਸ਼ ਦੇ ਅਸੀਂ ਵਾਸੀ ਹਾਂ, ਉਹ ਦੇਸ਼ ਦਾ ਨਾਮ ਬੇਗਮਪੁਰਾ ਹੈ, ਜਿੱਥੇ ਕੋਈ ਗਮ ਨਹੀਂ, ਧੋਖਾ ਨਹੀਂ, ਡਰ ਨਹੀਂ, ਆਨੰਦ ਸਰੂਪ ਹੈ, ਉੱਥੇ ਅਸੀਂ ਰਹਿ ਰਹੇ ਹਾਂ। ਉਹਦੇ ਬਾਰੇ ਉਹ ਸਾਰਾ ਨਕਸ਼ਾ ਦੱਸਦੇ ਆ। ਬੇਗਮਪੁਰਾ ਸ਼ਹਿਰ ਕੋ ਨਾਓ, ਦੁਖ ਅੰਦੋਹ ਨਹੀਂ ਤੇ ਠਾਓ। ਨਾ ਤਸਵੀਸ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਭਗਤ ਜੀ ਉੱਤਰ ਦਿੰਦੇ ਆ, ਕਹਿੰਦੇ ਬੇਗਮ, ਜਿੱਥੇ ਕੋਈ ਅਫਸੋਸ ਨਹੀਂ, ਹਰ ਵੇਲੇ ਆਨੰਦ ਆ, ਖੁਸ਼ੀਆਂ ਆ, ਖੇੜੇ ਆ, ਸ਼ੋਕ ਤੋਂ ਰਹਿਤ, ਕਹਿੰਦੇ ਉਹ ਸ਼ਹਿਰ ਦਾ ਨਾਮ। ਉਹਨੂੰ ਬੇਗਮਪੁਰਾ ਕਹਿ ਦਿੰਦੇ ਆ, ਬਕੁੰਠ ਵੀ ਕਹਿ ਦਿੰਦੇ ਆ, ਸੱਚਖੰਡ ਵੀ ਕਹਿ ਦਿੰਦੇ ਆ। ਉਹ ਇੱਕੋ ਦੇ ਨਾਂ ਆ ਸਾਡਾ। ਭਾਵ ਕੀ ਆ? ਉਹ ਬ੍ਰਹਮ ਸਰੂਪ ਆ। ਉੱਥੇ ਪਰਮਾਤਮਾ ਜਿਹੜਾ ਆ ਉਹ ਆਪਣੇ ਆਪ ਵਿੱਚ ਆਨੰਦ ਰੂਪ 'ਚ ਰਹਿੰਦਾ। ਜਿਹੜੇ ਭਗਤ ਆ ਉਹਦੇ 'ਚ ਮਿਲ ਕੇ ਉਹਦੇ ਵਿੱਚ ਅਭੇਦ ਹੋ ਜਾਂਦੇ ਆ। ਕਹਿੰਦੇ ਉਹ ਜਿਹੜਾ ਐਸਾ ਸਥਾਨ ਆ, ਬਾਕੀ ਚਾਹੇ ਰਾਜਾ, ਚਾਹੇ ਕੋਈ ਕੰਗਾਲ ਆ, ਸੁੰਦਰ ਮਹਿਲ ਆ, ਕੋਠੀਆਂ ਆ, ਉੱਥੇ ਵੀ ਬੰਦੇ ਦੁਖੀ ਆ, ਪਰੇ ਤੋਂ ਪਰੇ ਦੁਖੀ ਬੈਠੇ। ਇਹ ਨਹੀਂ ਵੀ ਗਰੀਬ ਦੁਖੀ ਆ, ਅਮੀਰ ਵੀ ਬਹੁਤ ਦੁਖੀ ਆ। ਇਸ ਕਰਕੇ ਕਹਿੰਦੇ ਉਹ ਜਿਹੜਾ ਸਥਾਨ ਆ, ਉੱਥੇ ਕੋਈ ਦੁੱਖ ਨਹੀਂ ਫਿਰਦਾ। ਅੰਦੋ ਕੋਈ ਸੰਸਾ, ਕੋਈ ਸ਼ੰਕਾ ਨਹੀਂ, ਹਰ ਵੇਲੇ ਆਨੰਦੋ ਹੀ ਆਨੰਦ ਹੈ। ਕਹਿੰਦੇ ਫਿਰ ਔਰ ਨਾ ਤਸਵੀਸ, ਕਹਿੰਦੇ ਤਸਵੀਸ ਉੱਥੇ ਚਿੰਤਾ ਕੋਈ ਨਹੀਂ,
ਕਿੱਥੋਂ ਖਾਵਾਂਗੇ, ਕਿੱਥੋਂ ਪਹਿਨਾਂਗੇ, ਕਿਵੇਂ ਰਹਾਂਗੇ, ਕੀ ਹੋਊਗਾ, ਹਾਂਜੀ ਮੁਕੱਦਮਾ ਕਿਵੇਂ ਜਾਊਗਾ, ਹਾਂਜੀ ਬੱਚੇ ਕਿਵੇਂ ਵਿਆਹ ਜਾਣਗੇ, ਕਿਵੇਂ ਸੈੱਟ ਹੋਣਗੇ, ਆਹ ਹੀ ਚਿੰਤਾ ਲੱਗੀਆਂ ਹੁੰਦੀਆਂ। ਮੇਰੀ ਬਿਮਾਰੀ ਕਿਵੇਂ ਹਟੇਗੀ। ਕਹਿੰਦੇ ਉੱਥੇ ਕੋਈ ਕਿਸੇ ਤਰ੍ਹਾਂ ਦੀ ਚਿੰਤਾ ਨਹੀਂ, ਉੱਥੇ ਤਾਂ ਆਨੰਦ ਸਰੂਪ ਤਸਵੀਰ ਮੈਨੇ, ਉੱਥੇ ਕੋਈ ਸ਼ਰਮਿੰਦਗੀ ਵੀ ਹੈ ਨਹੀਂ। ਬੁਰਾ ਕੰਮ ਕਰੂਗਾ ਤਾਂ ਹੀ ਸ਼ਰਮਿੰਦਾ ਹੋਊ, ਜਦ ਬੁਰਾ ਕੰਮ ਹੀ ਨਹੀਂ ਕਰਨਾ ਸ਼ਰਮਿੰਦਗਾ ਦਾ ਤਸਵੀਰ, ਉੱਥੇ ਕੋਈ ਖਰਾਬੀ ਵੀ ਹੈ ਨਹੀਂ। ਹੈਂ ਹਮੇਸ਼ਾ ਉਹ ਧਰਮ ਦੇ ਮਾਰਗ ਤੇ ਚੱਲਦੇ। ਫਿਰ ਕਹਿੰਦੇ ਖਰਾਜ, ਇੱਥੇ ਤਾਂ ਹੁਣ ਟੈਕਸ ਦੇਣਾ ਪੈਂਦਾ। ਮਾਇਆ ਜਾਦੀ ਬੈਂਕ 'ਚ ਰੱਖੋ ਵੀ ਰਿਟਰਨ ਭਰਨੀ ਪੈਂਦੀ, ਟੈਕਸ ਹੀ ਆ। ਤੇ ਜਿਹੜੇ ਆ ਦੂਏ ਆ ਫੈਕਟਰੀਆਂ ਵਾਲੇ, ਇਹਨਾਂ ਨੂੰ ਵੀ ਆ, ਹੋਰ ਵੀ ਟੈਕਸ ਆ। ਇਹਨਾਂ ਨੂੰ ਤਾਂ ਹੁਣ ਗੁਰਦੁਆਰਿਆਂ ਮੰਦਿਰਾਂ ਨੂੰ ਵੀ ਲਾਤਾ, ਇੰਨੇ ਭੁੱਖੇ ਆ, ਉਹਦਾ ਨਾਂ ਰੱਖ ਲਿਆ। ਇਸ ਵਾਸਤੇ ਹੁਣ ਦੇਖੋ ਦਰਬਾਰ ਸਾਹਿਬ ਸਾਰਾ ਫਰੀ ਲੰਗਰ ਚੱਲਦਾ, ਉੱਥੇ ਵੀ ਟੈਕਸ ਲਾਤੇ ਇਹਨਾਂ ਨੇ। ਖਰਾਜ ਕਹਿੰਦੇ ਉੱਥੇ ਮਸੂਲ ਨਹੀਂ, ਟੈਕਸ ਨਹੀਂ। ਤੇ ਕਹਿੰਦੇ ਨਾਮ ਮਾਲ, ਹਾਂਜੀ ਕਹਿੰਦੇ ਕੋਈ ਇਹੋ ਜਿਹਾ ਵੀ ਹੈ ਨਹੀਂ ਕਿ ਕਿਸੇ ਨੂੰ ਮਾਲ ਜਿੰਨਾ ਸਮਾਨ ਹੈ ਉਹਦਾ ਕੋਈ ਡਰ ਆ ਜਾਂ ਕੋਈ ਭੈ ਆ। ਉੱਥੇ ਸਾਰਾ ਸੇਵਾ 'ਚ ਹੀ, ਇੱਧਰੋਂ ਆਈ ਜਾਂਦਾ ਉੱਧਰ ਜਾਈ ਜਾਂਦਾ, ਸਾਰਾ ਸੇਵਾ ਦਾ ਹੀ ਹੈਗਾ। ਸੇਵਾ 'ਚ ਸਾਰੇ ਕੰਮ ਜਿਹੜੇ ਸ਼ਰਧਾ ਭਗਤੀ ਦੇ ਵਿੱਚ ਹੁੰਦੇ ਆ। ਇੱਕ ਵਾਰੀ ਪੰਡਤ ਨੇਚਲ ਸਿੰਘ ਜੀ ਮਹਾਰਾਜ ਜਗਾਦਰੀ ਵਾਲੇ, ਉਹ ਪਟਨਾ ਸਾਹਿਬ ਸੇਵਾ ਕਰਾਉਂਦੇ ਸੀ, ਤੇ ਕਮੇਟੀ ਵਾਲਿਆਂ ਨੇ ਝਗੜਾ ਪਾ ਲਿਆ, ਸਾਨੂੰ ਹਿਸਾਬ ਦਿਓ। ਉਹਨੇ ਫਿਰ ਮਹਾਰਾਜ ਹਰਪ ਵਾਲਿਆਂ ਨੂੰ ਬੁਲਾਇਆ, ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੂੰ, ਤੇ ਸੰਤ ਕਮੇਟੀ ਵਾਲਿਆਂ ਨੂੰ ਕਹਿੰਦੇ ਵੀ ਕੀ ਗੱਲ, ਕਿਉਂ ਇਹਨਾਂ ਝਗੜਾ ਕਿਉਂ ਪਾਇਆ ਸੰਤਾਂ ਨਾਲ। ਕਹਿੰਦੇ ਜੀ ਇਹ ਹਿਸਾਬ ਨਹੀਂ ਦਿੰਦੇ। ਕਹਿੰਦੇ ਵੀ ਤੁਸੀਂ ਇਹਨਾਂ ਨੂੰ ਕੋਈ ਖਰਚਾ ਦਿੱਤਾ ਸੀ? ਅਖੇ ਨਹੀਂ। ਇਹ ਤੁਸੀਂ ਹਿਸਾਬ ਕਾਹਦਾ ਮੰਗਦੇ ਹੋ? ਹਿਸਾਬ ਤਾਂ ਮੰਗ ਸਕਦੇ ਆ ਜੇ ਤੁਸੀਂ ਕੋਈ ਦਿੱਤਾ ਹੋਵੇ। ਹਾਂਜੀ ਉਹ ਸੰਗਤ ਜੋ ਚੂਨ ਕੂਨ ਦਿੱਤੀ ਆ ਉਹ ਉੱਥੇ ਲਾਈ ਜਾਂਦੇ ਆ। ਤੁਸੀਂ ਤਾਂ ਦਿੱਤਾ ਕੁਛ ਨਹੀਂ, ਜੋ ਗੱਲ ਨਾ ਮੁਰੇ ਆਵੇ। ਤੇ ਜਾਣ ਬੁੱਝ ਕੇ ਇੱਕ ਬੰਦੇ ਨਿਸ਼ਕਾਮ ਸੇਵਾ ਕਰਦੇ ਆ, ਤੁਸੀਂ ਟਿਕਣ ਨਹੀਂ ਦਿੰਦੇ, ਆਪ ਕਰਦੇ ਕੁਛ। ਕਹਿੰਦੇ ਉੱਥੇ ਖਰਾਜ ਮਸੂਲ ਵੀ ਹੈ, ਨਾ ਮਾਲ, ਹਾਂਜੀ ਔਰ ਨਾ ਭੈ ਕੋਈ, ਕਿਉਂ ਖਤਾ ਉੱਥੇ ਗੁਨਾਹ ਕੋਈ ਨਹੀਂ। ਜੇ ਤਾਂ ਚੋਰੀ ਦਾ ਮਾਲ ਹੋਊ ਤੇ ਡਰ ਹੋਊ। ਤੇ ਜੇ ਹੁਣ ਜਿਹੜੇ ਵਿਚਾਰੇ ਗੁਰਸਿੱਖ ਆ ਆਪਣੀ ਕਿਰਤ ਕਰਕੇ ਦਸਾਂ ਨਾ ਹੁੰਦੀ ਧਰਮ ਦੀ ਕਿਰਤ ਦਾ ਹਿੱਸਾ ਦਿੰਦੇ, ਜੇ ਤਾਂ ਚੋਰੀ ਦਾ ਮਾਲ ਹੋਵੇ ਫਿਰ ਤਾਂ ਹੈ ਉੱਥੇ ਫਿਰ ਭੈ ਕਾਹਦਾ। ਤੇ ਹੁਣ ਜਿਹੜੇ ਫੀਮ ਵੇਚਦੇ ਆ ਜਾਂ ਚਿੱਟਾ ਵੇਚਦੇ, ਲੋਕੇ ਵੇਚਦੇ ਆ, ਡਰਿਆ ਨਾ, ਡੋਡੇ ਵੇਚਦੇ ਆ, ਚੋਰੀ ਜਾਣਗੇ। ਤੇ ਜਿਨ੍ਹਾਂ ਦਾ ਸਹੀ ਮਾਲ ਹੋਵੇ, ਸਟੋਰ ਖੋਲਿਆ ਹੁੰਦਾ, ਉੱਤੇ ਲਿਖਿਆ ਹੁੰਦਾ ਖੁਸ਼ਖਬਰੀ ਖੁਸ਼ਖਬਰੀ ਖੁਸ਼ਖਬਰੀ, ਫਲਾਨਾ ਸਟੋਰ ਖੁੱਲ ਗਿਆ। ਜਿਹੜੇ ਚਿੱਟਾ ਜਾਂ ਡੋਡੇ ਫੀਮ ਵੇਚਦੇ ਆ ਉਹ ਲਿਖ ਸਕਦੇ ਆ, ਉਹਨੇ ਚੋਰੀ ਜਾਣਾ, ਰਾਸਤੇ ਭੰਨ ਕੇ ਜਾਣਾ, ਹੇਰਾ ਫੇਰੀ ਨਾਲ। ਕਹਿੰਦੇ ਉੱਥੇ ਭਗਤ ਰਵਿਦਾਸ ਕਹਿੰਦੇ ਅਸੀਂ ਧਰਮ ਦੀ ਕਿਰਤ ਕਰਦੇ ਹਾਂ, ਤੇ ਸਾਡੇ ਕੋਲ ਜਿੰਨਾ ਮਾਲ ਢਾਂਡਾ ਜੋ ਕੁਝ ਵੀ ਹੈ ਉਹ ਧਰਮ ਦੀ ਕਿਰਤ ਨਾਲ ਪੈਦਾ ਕੀਤਾ। ਕਹਿੰਦੇ ਇੱਥੇ ਸਾਨੂੰ ਕੋਈ ਭੈ ਨਹੀਂ। ਹੁਣ ਨਾਮ ਜਪਣ ਵਾਲਾ ਸੇਵਾ ਵਾਲਾ ਉਹਨੂੰ ਵੀ ਭੈ ਨਹੀਂ। ਇਹ ਵੀ ਸ਼ਰਧਾ ਭਗਤੀ ਦਾ ਸਾਰਾ ਮਾਰਗ ਹੈ। ਇਸ ਕਰਕੇ ਕਹਿੰਦੇ ਉੱਥੇ ਕੋਈ ਨਾ ਚੋਰੀ ਵਾਲਾ ਮਾਲ ਆ ਤੇ ਨਾ ਉੱਥੇ ਕੋਈ ਭੈ ਆ, ਹਾਂਜੀ ਖਤਾ ਉੱਥੇ ਗੁਨਾਹ ਕੋਈ ਨਹੀਂ ਕਰਦਾ। ਜਿਹਨੇ ਹੁਣ ਵੱਡੀ ਹਰਾਮਖੋਰੀ ਕਰਨੀ ਉਹਨੂੰ ਡਰ ਹੋਏਗਾ, ਤੇ ਜਿਹਨੇ ਆਪਣੇ ਧਰਮ ਦੀ ਕਿਰਤ ਕਰਨੀ ਆ ਉਹਨੂੰ ਡਰ ਕਾਹਦਾ। ਉੱਥੇ ਕੋਈ ਗੁਨਾਹ ਵੀ ਹੈ ਨਹੀਂ, ਕੋਈ ਪਾਪ ਕੋਈ ਨਹੀਂ ਕਰਦਾ। ਔਰ ਕਹਿੰਦੇ ਨਾ ਕੋਈ ਤਰਸ ਦਇਆ ਰੱਖਦਾ, ਨਾ ਕਿਸੇ ਨੂੰ ਜਵਾਲ ਘਾਟਾ ਆ, ਤੇ ਨਾ ਕਹਿੰਦੇ ਕੋਈ ਆਪਤਾ ਬਿਪਤਾ ਪੈਂਦੀ ਆ, ਕੋਈ ਪੀੜਾ ਪੈਂਦੀ ਆ, ਉਹ ਵੀ ਨਹੀਂ ਪੈਂਦੀ। ਹਾਂਜੀ ਕੋਈ ਬਿਪਤਾ ਨਹੀਂ ਪੈਂਦੀ, ਪੀੜਾ ਨਹੀਂ ਪੈਂਦੀ। ਨਹੀਂ ਤਾਂ ਫਿਰ 7 ਤਰ੍ਹਾਂ ਦੀ ਬਿਮਾਰੀ ਪੈਂਦੀ ਹੈ। ਗੜੇ ਮਾਰ ਗਏ, ਚਾਂਦਨੀ ਮਾਰ ਗਈ, ਚੂਹਿਆਂ ਨਾਲ ਟਿੱਡੀ ਦਾ ਲਾ ਗਿਆ, ਹੜ੍ਹ ਆ ਗਿਆ, ਅੱਗ ਨਾ ਹੋ ਗਈ, ਹਾਂਜੀ ਸੋਕੜਾ ਪੈ ਗਿਆ। ਇਸ ਤਰ੍ਹਾਂ ਫਿਰ 7 ਈਤਾਂ ਹੁੰਦੀਆਂ ਜਿਹੜੀਆਂ ਤਬਾਹੀ ਕਰਦੀਆਂ। ਟਿੱਡੀ ਦਾ ਲਾ ਜਾਓਗੇ, ਅਸੀਂ ਆਪਣੀ ਜ਼ਿੰਦਗੀ 2 ਵਾਰੀ ਦੇਖਿਆ, ਬਹਿੰਦਿਆਂ ਬਹਿੰਦਾ ਬਸ ਭਸਣਾ ਭੂਸ।
ਇੱਕਦਮ ਚੱਟ ਜਾਂਦੇ, ਫਸਲਾਂ ਕੀ ਦਰਖਤ ਡੁੰਡ ਕਰ ਦੇਣੇ, ਐ ਆਉਂਦਾ ਹੈ ਟਿੱਡੀ ਦਾ ਤਬਾਹੀ ਕਰ ਦੇਣਾ। ਇਸ ਤਰ੍ਹਾਂ ਹੜ੍ਹ ਆ ਜਾਂਦੇ। ਹੁਣ 88 ਦਾ ਤੁਸੀਂ ਦੇਖਿਆ, ਅਸੀਂ ਤਾਂ ਉਦੋਂ ਬਾਹਰ ਸੀਗੇ, ਕਿਵੇਂ ਤਬਾਹੀ ਹੋਈ। ਕਈ ਵਾਰੀ ਅੱਗ ਦਾ ਹੁੰਦਾ, ਆਸਟ੍ਰੇਲੀਆ 'ਚ ਅੱਗ ਲੱਗੀ, ਅਮਰੀਕਾ 'ਚ ਪਿੱਛੇ ਕਿਵੇਂ ਤਬਾਹੀ ਹੁੰਦੀ ਹੈ। ਇਸ ਤਰ੍ਹਾਂ ਚਾਂਦਨੀ ਮਾਰ ਜਾਂਦੀ ਹੈ। ਫਿਰ ਇਸ ਤਰ੍ਹਾਂ ਗੜਿਆਂ ਦੀ ਮਾਰ ਪੈ ਜਾਂਦੀ ਹੈ, ਗੜੇ ਤਬਾਹ ਕਰ ਜਾਂਦੇ, ਜਿਵੇਂ ਫਸਲ ਪੱਕੀ ਹੋਵੇ। ਮੀਂਹ ਜ਼ਿਆਦਾ ਹੋ ਗਿਆ, ਹਨੇਰੀਆਂ ਆ ਗਈਆਂ, ਚੂਹੇ ਤਬਾਹ ਕਰ ਦਿੰਦੇ। ਟਿੱਡੀ ਦਾ ਲਿਆ 7 ਈਤਾਂ, ਅੱਗ ਦਾ ਭੈ, ਇਹ ਤਬਾਹੀ ਕਰਦੇ। ਤੇ ਜੇ ਪਰਮਾਤਮਾ ਦਾ ਨਾਮ ਲੈ ਕੇ ਕਿਰਤ ਕਰਦੇ, ਮਹਾਰਾਜ ਰੱਖਿਆ ਵੀ ਕਰਦੇ। ਇਸ ਕਰਕੇ ਕਹਿੰਦੇ ਤੇ ਨਾ ਕੋਈ ਉੱਥੇ ਗੁਨਾਹ ਕਰਦਾ ਤੇ ਨਾ ਫਿਰ ਦਇਆ ਵਾਲੀ ਗੱਲ ਹੈ। ਗੁਨਾਹ ਹੋਊਗਾ ਤੇ ਫਿਰ ਉਹ ਕਹੂਗਾ ਮੇਰੇ ਤੇ ਦਇਆ ਕਰੋ। ਉਹ ਗੁਨਾਹ ਹੀ ਨਹੀਂ ਕੋਈ ਕਰਦਾ, ਪਾਪੇ ਨਹੀਂ ਕਰਦਾ, ਤੇ ਨਾ ਕਿਸੇ ਨੂੰ ਜਵਾਲ ਘਾਟਾ ਵੀ ਨਹੀਂ ਪੈਂਦਾ। ਹੁਣ ਇੱਥੇ ਥੋੜ੍ਹੀਆਂ ਚੋਲੀਆਂ ਕੀਤੀਆਂ, ਬਾਹਰ ਮੋਦੀਖਾਨਾ ਕਰਦੇ। ਭਾਈਆ ਜੈ ਨੂੰ ਕਹਿਣਾ ਤੂੰ ਲੈ ਆਇਆ, ਉਹ ਲਟਾਈ ਜਾਂਦੇ ਆ, ਘਾਟਾ ਪਿਆ ਤੇ ਤੈਨੂੰ ਭਰਨਾ ਪੈਣਾ। ਭਾਈਆ ਜੀ ਦੇ ਵੀ ਸੁਣ ਕੇ ਲੋੜ ਪੈ ਜਾਣਾ। ਤੇ ਬੇਬੇ ਜੀ ਨੇ ਪੁੱਛਣਾ ਕੀ ਗੱਲ ਹੈ, ਅਖਿਆ ਗੱਲ, ਕਹਿੰਦੇ ਉਹ ਤਾਂ ਕੌਤਕ ਹੈ, ਤੂੰ ਕਾਹਲੇ ਡਰੀ ਜਾਂਦਾ। ਮਹਾਰਾਜ ਆਏ ਖੜੇ, 3 ਵਾਰੀ ਲੇਖਾ ਹੋਇਆ, 3 ਵਾਰੀ ਵਾਧਾ ਨਿਕਲਿਆ। ਉਹ 14 ਬੱਟੇ ਅੱਜ ਵੀ ਗਵਾਹ ਆ ਬੱਟਿਆ ਜਿਨ੍ਹਾਂ ਨੇ ਮਹਾਰਾਜ ਝੋਲੀਆਂ ਭਰਦੇ ਸੀ। ਹਟ ਸਾਹਿਬ ਇਸ ਕਰਕੇ ਕਹਿੰਦੇ ਆ ਨਾ ਜਵਾਲ ਨਾ ਘਾਟਾ ਪੈਂਦਾ, ਨਾ ਕੋਈ ਆਪਦਾ ਪੈਂਦੀ, ਨਾ ਕੋਈ ਪੀੜਾ ਪੈਂਦੀ ਆ, ਤੇ ਮਹਾਰਾਜ ਆਨੰਦ 'ਚ ਰਹਿੰਦੇ। ਇਹਨਾਂ ਲੋਕਾਂ ਦਾ ਹੁੰਦਾ ਦਾਤਾ ਦਾਨ ਕਰੇ, ਭੰਡਾਰੀ ਦਾ ਪੇਟ ਪੱਟੇ। ਦਾਨ ਕੋਈ ਕਰਦਾ, ਦੁਆਂ ਦਾ ਐਵੇਂ ਪੇਟ ਪੱਟ ਜਾਂਦੇ, ਦੇਖ ਕੇ ਸੜੀ ਜਾਂਦੇ, ਮੱਚੀ ਜਾਂਦੇ। ਇਉਂ ਕਿਉਂ ਹੋਇਆ? ਸਤਿਕਾਰ ਜਰ ਨਹੀਂ ਹੁੰਦਾ, ਜੋ ਨਿੰਦਿਆ ਕਰਕੇ ਸਾੜਾ ਦੂਰ ਕਰਦੇ, ਨਿੰਦਿਆ ਕਰਕੇ। ਅਬ ਮੋਏ ਖੂਬ ਬਤਨ ਗਹਿ ਪਾਈ। ਭਗਤ ਜੀ ਮਹਾਰਾਜ ਕਹਿੰਦੇ ਅਬ, ਕਹਿੰਦੇ ਅਸੀਂ ਹੁਣ ਚੰਗੀ ਬਤਨ ਜਿਹੜੀ ਜਗ੍ਹਾ ਪਾ ਲਈ। ਖੂਬ ਮੈਨੇ ਚੰਗੀ, ਬਤਨ ਮੈਨੇ ਜਗ੍ਹਾ, ਚੰਗੀ ਪਦਵੀ ਪਾ ਲਈ ਹੈ। ਮਹਾਰਾਜ ਜਿਵੇਂ ਕਹਿੰਦੇ ਆ ਮੋਹੇ ਜੀਵਨ ਪਦਵੀ ਪਾਈ, ਉਹ ਗੱਲ ਹੈ। ਅਬ ਮੋਹੇ ਖੂਬ ਬਤਨ ਗਹਿ ਪਾਈ, ਕਹਿੰਦੇ ਅਸੀਂ ਹੁਣ ਚੰਗੀ ਬਤਨ ਜਗ੍ਹਾ ਜਿਹੜੀ ਹੈ ਉਹ ਪਾ ਲਈ ਹੈ। ਕਹਿੰਦੇ ਮਹਾਰਾਜ ਉੱਥੇ ਤੁਹਾਨੂੰ ਕੋਈ ਦੁੱਖ ਸੁੱਖ, ਕੋਈ ਹਰਖ ਸ਼ੋਕ, ਕੋਈ ਮਾਨ ਅਪਮਾਨ, ਕੋਈ ਭੁੱਖ ਪਿਆਸ, ਜਾਂ ਕੋਈ ਈਰਖਾ ਬਖੀਲੀ, ਜਾਂ ਕੋਈ ਹੋਰ ਕਲੇਸ਼ ਹੈ, ਕਹਿੰਦੇ ਨੇ ਉੱਥੇ ਆਨੰਦ ਆਨੰਦ। ਜਿਲੇ ਉੱਥੇ ਪਹੁੰਚ ਜਾਂਦਾ ਫਿਰ ਇਹਨੂੰ ਕਿਸੇ ਤਰ੍ਹਾਂ ਦਾ ਨਹੀਂ, ਆਪਣੇ ਆਨੰਦ ਵਿੱਚ ਉਹ ਰਹਿੰਦੇ। ਉਹਾਂ ਖੈਰ ਸਦਾ ਮੇਰੇ ਭਾਈ ਰਹਾ। ਵਿਸ਼ਰਾਮ ਦੇ ਕਹਿੰਦੇ ਟੇਕ ਦੀ ਪੰਕਤੀ ਨਾ, ਉਹਾਂ ਕਹਿੰਦੇ ਉਸ ਜਗ੍ਹਾ ਸਦਾ ਹੀ ਖੈਰ ਸੁੱਖ ਹੈ। ਇਹ ਭਰਾਵੋ ਉੱਥੇ ਕੋਈ ਕਲੇਸ਼ ਨਹੀਂ। ਜਿਲੇ ਉੱਥੇ ਪਹੁੰਚ ਜਾਂਦਾ ਤੇ ਤਤੀ ਦੇ ਵਿੱਚ ਬੈਠਿਆ ਰੇਤਾ ਪਾਉਂਦੇ ਫਿਰ ਵੀ ਆਨੰਦ 'ਚ। ਤੇ ਆਮ ਜਿਹੜੀ ਦੁਨੀਆ ਡਾਨਲੋਪ ਦੇ ਗੱਦੇ ਆ, ਬੜੇ ਸੁੰਦਰ ਗਲੀਚੇ ਵਿਛੇ ਆ, ਹਾਂਜੀ, ਖਾਣ ਪੀਣ ਨੂੰ ਚੰਗਾ ਡੋਸਾ ਮਿਲਦਾ, ਪਰ ਫਿਰ ਵੀ ਸੜੀ ਜਾਂਦੇ। ਉਹ ਤਤੀ ਤਵੀ ਦੇ ਬਹਿ ਕੇ ਆਨੰਦ ਆ। ਜਿਹੜੇ ਮਨਮੁਖ ਲੋਕ ਆ ਉਹ ਉੱਥੇ ਵੀ ਸੜ ਰਹੇ, ਮਚ ਰਹੇ ਆ। ਜਿਹੜੇ ਹੁਣ ਰੇਤਾ ਪਾਉਂਦੇ ਉਹ ਲੈ ਲਓ, ਜਿਹੜੇ ਪੁਆ ਰਹੇ ਆ ਉਹ ਸਾਡਾ ਹੀ ਕੱਢਦੇ ਸੀ। ਭਾਈ ਮਨੀ ਸਿੰਘ ਸਾਹਿਬ ਲੈ ਲਓ, ਸ਼ਿਵਾਜ ਸਿੰਘ, ਸਵੇਜ ਸਿੰਘ ਲੈ ਲਓ, ਕਰਖੜੀਆਂ ਤੁੰਬੇ ਤੁੰਬੇ ਕੀਤੇ, ਉਹ ਫੇਰ ਵੀ ਇਹਨਾਂ ਨੂੰ ਜੇ ਬੰਦਾਵਾਦ ਲੈ ਲਓ, ਜਬੂਰਾਂ ਨੂੰ ਮਾਫ ਸਮੋਚ ਰਹੇ, ਪੁੱਤਾਂ ਦੇ ਕਾਲਜ ਮੂੰਹ ਹੀ ਤੁੰਨ ਰਹੇ, ਉਹ ਫੇਰ ਵੀ ਆਉਂਦੇ ਆ। ਜਿਹੜੇ ਕਰ ਰਹੇ ਆ ਉਹ ਸੜੀ ਜਾਂਦੇ। ਫਿਰ ਇਹ ਵੀ ਸ਼ਾਂਤੀ ਨਹੀਂ, ਉਹ ਆਨੰਦ ਵਿੱਚ ਹੈ, ਕਿਉਂਕਿ ਉਹਨਾਂ ਨੂੰ ਉਹ ਮਜਲ ਮਿਲ ਗਈ, ਉਹ ਅਵਸਥਾ ਮਿਲ ਗਈ, ਸੱਚਖੰਡੀ ਅਵਸਥਾ। ਕਾਇਮ ਦਾਇਮ ਸਦਾ ਪਾਤਸ਼ਾਹੀ, ਕਹਿੰਦੇ ਕਾਇਮ ਉਹ ਸਦਾ ਹੀ ਸਤਿਆ, ਦਾਇਮ ਹਮੇਸ਼ਾ ਹੀ, ਅਥਵਾ ਕਹਿੰਦੇ ਸਦਾ ਸਦਾ ਪਾਤਸ਼ਾਹੀ। ਉਹਨਾਂ ਦੀ ਪਾਤਸ਼ਾਹੀ ਤਾਂ ਸਦਾ ਹੀ ਰਹਿੰਦੀ ਹੈ, ਜਾਂਦੀ ਨਹੀਂ। ਇਹ ਰਾਜ ਆ ਗਿਆ, ਕਦੀ ਚਲ ਗਿਆ। ਹੁਣ ਜਿਹੜੇ ਝੰਡੀ ਵਾਲਾ ਲੰਘਦਾ, ਦੂਏ ਤੇ ਕਹਿੰਦੇ ਹਾਏ ਇਹ ਕਾਰ ਸਾਡੇ ਕੋਲ ਹੁੰਦੀ ਸੀ।
थोड़ा लड्डू बड्डू होंगे। ये कल अपने को बंगला होंदा सी, जिले लंघदे ना घर वाली बैठी होंदी, न्याणे होंदे हैं, अपने को होंदा सी बंगला। कोई नहीं, हुण वोटां आ गई, अपन शायद पे मिल जाए। बड़ा पहले नहीं कारां पसंद नहीं होंदियां, नवियां खरीददे आ, नवियां हैं ये हुण झूठियां होईयां, नवियां लै लईए, इस तरह करदे आ। कायम दायम सदा पातशाही, उन्हां महापुरखां दी पातशाही, सच्चा आत्मा दा स्वराज पैदा कर लिया। वो पातशाही सदा ही कायम रहिंदी है, वो जाती नहीं। दारश को आया महाराज को, पहले उतों भजा कीरतपुर आया, पहला श्रीनगर गया, टीरी गढ़वाल, कीरतपुर, फिर महाराज पता किया कि गोविंदवाल इत्थे आया। महाराज कहते सुना दुनिया की पातशाही दे दईए। कहते महाराज आ पातशाही पिछे चक्कर चलन डा, भरा भरा ते रंगे ने, प्यो नूं कह छुटिया कि मेरे पता नहीं किन्ने क दिन आ, मैनू आत्मा का राज दिओ। तो मैं तो अगे भी ना चाहता, मेरे पे ने धक्के ने मैनू बलीअद बनाया सी, मैनू तो पता ही पे यही स्यापा आ। हाँ जी, मैनू सच्चा साम्राज दिओ। ये जड़ा है ये पातशाही सदा कायम रहने वाली। कारण जड़ा सी सवा मन सोना रोज दान करता, सवा मन सोना। या बीबियां थोड़ा जिहा मुर्गियां कांटे मिल जान, उही सब मन दान करता सी रोज। कारण आ जिहड़ा करनाल शहर है ਇਹਦਾ ਹੁੰਦਾ ਸੀ ਕਰਨ ਦਾ, हरियाणे जा गया। ਤੇ महाराज ने भगत कहना, कृष्ण महाराज दूए ने कहना महाराज नूं भगत कही जाने, साडे विरोधियों नाल खड़ा। कहंदे भाई देख लांगे। एक दिन फिर मींह बहुत हनेरी गड़े ते लंगर लई बालन सुक्का न मिले। कि कृष्ण महाराज जी दे हेठों को भेजिया भीम सेन अर्जन नूं कि सदैव को ते बालन लिआओ। महाराज साडे तां अपने रोटियां पकाउण लई है नहीं, फौज बैठी है, तुहानूं हुण कित्थों दे दईए। हाँ जी, बालन कहते सुक्का है नहीं। महाराज कहते अच्छा। जिले घर में सुनेहा भेजा, अपने दरवाजे पाड़ के भेज, बाले स्तेरियां मकान दे भेज। फिर जिले कहते कारण भी बड़ा भगत, साडा बहुत होंदा ना, लै महाराज साडे विरोधी नूं कोई भगत कही जाने। महाराज कहते जिदण मींह पैंदा सी बालन भेजिया सी, उहनूं उदणी भेजता, अपने मकान नाल धेड़ के भेजते। तां कहने फिर जिहदे हेठ नूं बड़ी इच्छा हो गई ते महाराज मैनूं किते भगत कहना। जदों आउणा कहना आओ राज ऋषि जी, ਉਹਨੂੰ ਹੁਣ मैनू भगत कहते कह देना। एक दिन गए जंगल शिकार खेलन, उत्थे भीलां दी लड़की सी, वो गर्भवती सी, बच्चा औड़ा पै गया, औड़ा पिया ते अड़ाट पै गया, पेट पुठा हो गया। गरीब नूं मारे ने आवाज़ दूरों सुनी, गए कहन लगे बेटा की गल है। कहंदे आ गा। कहंदे फिर कोई गल नहीं ते मैं तुहाडा इलाज करदा। कहंदे महाराज बीबियां वाली बीमारी है। कहंदे मैनूं बीबी समझ लो। अखां दी पट्टी बन ली महाराज जी दे हेठ। तां कहंदे धर्मराज दा पुत्त पट्टी बन के दाई बन के बच्चे नूं जन्म दवाया। पालकी विच दोवां नूं घर छड्डिया, सारा खर्च चंगा मकान दे दित्ता। जो नहा धो के गया पूजा करके महाराज को, कृष्ण महाराज दौड़े आए, आओ भगत जी महाराज, आओ भगत जी महाराज, आओ भगत जी महाराज। कहते महाराज मैं तो अज किया नहीं, बड़े बड़े अश्वमेध जाग किए, गैंडामेध जाग किए हैं, होर बड़े पुण्य किए, तुसीं कदी भगत नहीं किया, अज तक कुछ भी नहीं किया। कहते अज तू गरीब दोवां दी जान बचा के, दोवां दी जान बचा के, दया धर्म का मूल है, पाप मूल अभिमान, तुलसी दया न छोड़े जावला घट न प्राण। हुण देख लो किन्ने मर गए, पुछदा कोई? पत्थर दिल बने पे। वो राजे सी जिन्हां च धर्म सी, नेकी सी, प्यार सी, शरधा सी, भगती सी, प्रजा नूं
ਪੁੱਤਾਂ ਨੂੰ ਵੀ ਵੱਧ ਪਾਲਦੇ ਸੀ। ਇਸ ਕਰਕੇ ਮਹਾਰਾਜ ਕਹਿੰਦੇ ਆ ਇਹ ਆ ਪਾਤਸ਼ਾਹੀ ਜਿੱਥੇ ਸਭ ਦਾ ਹਿੱਤ ਕੀਤਾ ਜਾਂਦਾ। ਇਹ ਸਦਾ ਕਾਇਮ ਰਹਿਣੀ। ਦੋਮਨਾ ਸੇਵਨਾ ਏਕ ਸੋ ਆਹੀ। ਕਹਿੰਦੇ ਦੋਮ ਉੱਥੇ ਦਵੈਸ਼ ਨਹੀਂ ਹੈ। ਕਹਿੰਦੇ ਉਹ ਪਾਤਸ਼ਾਹੀ ਸਦਾ ਇਸਤ ਰਹਿੰਦੀ ਹੈ। ਦੋਮ ਉੱਥੇ ਦੂਸਰਾ ਨਹੀਂ। ਕੌਣ ਵਜ਼ੀਰ ਆ? ਸੇਮ ਮੈਨੇ ਤੀਜਾ ਉੱਥੇ ਬਖਸ਼ੀ ਕੌਣ ਆ? ਬਖਸ਼ੀ ਕੌਣ ਆ? ਉੱਥੇ ਦਵੈਸ਼ ਹੈ ਨਹੀਂ। ਸੇਮ ਉੱਥੇ ਤਿੰਨੇ ਗੁਣ ਨਹੀਂ, ਨਾ ਸਤੋ ਨਾ ਰਜੋ ਨਾ ਤਮੋ। ਉੱਥੇ ਏਕ ਹੀ ਏਕ ਸੋ ਆਹੀ। ਕਹਿੰਦੇ ਇੱਕੋ ਹੀ ਅਥਵਾ ਇੱਕੋ ਇੱਕ ਦਵੈਸ਼ ਤੋਂ ਰਹਿਤ ਨਿਰੰਕਾਰ ਪਰਮੇਸ਼ਰ ਪਰਮਾਤਮਾ। ਪਰਮਾਤਮਾ ਕਹਿੰਦੇ ਕਿਹੋ ਜਿਹਾ? ਆਬਾਦਾਨ ਸਦਾ ਮਸ਼ਹੂਰ। ਆਬਾਦਾਨ ਹਾਂਜੀ ਆਬਾਦਾਨ, ਉਹ ਪਰਮਾਤਮਾ ਸਦਾ ਹੀ ਆਬਾਦ ਰਹਿੰਦਾ। ਬਾਕੀ ਤਾਂ ਕੋਈ ਉਜੜ ਗਿਆ, ਕੋਈ ਵਸ ਗਿਆ। ਹਾਂਜੀ ਉੱਥੇ ਬੜੀ ਸੰਘਣੀ ਬਸਤੀ ਹੈ, ਸਦਾ ਹੀ ਆਬਾਦ ਹੈ। ਗਾੜੀ ਬਸੋਂ ਹੈਗੀ ਸਦਾ ਮਸ਼ਹੂਰ। ਕਹਿੰਦੇ ਸਦਾ ਵਾਸਤੇ ਸ਼ਾਸਤਰਾਂ ਦੁਆਰਾ ਮਸ਼ਹੂਰ ਪ੍ਰਗਟ। ਗ੍ਰੰਥਾਂ 'ਚ ਉਹਦੀ ਮਹਿਮਾ ਲਿਖੀ ਹੈ, ਵੇਦਾਂ ਸ਼ਾਸਤਰਾਂ 'ਚ ਗੁਰੂ ਗ੍ਰੰਥ ਸਾਹਿਬ ਸਾਰਾ ਉਹਦੀ ਮਹਿਮਾ ਨਾਲ ਭਰਿਆ ਆ। ਸਦਾ ਮਸ਼ਹੂਰ ਮੈਨੇ ਪ੍ਰਗਟਿਆ, ਉਹ ਲਿਖਣ ਛੱਪਣ ਵਾਲਾ ਨਹੀਂ, ਐਸਾ ਪਰਮੇਸ਼ਰ ਹੈ। ਹਾਂਜੀ ਬਕੁੰਠ ਉਹਦਾ ਸੱਚਖੰਡ ਆ। ਹਾਂਜੀ ਉੱਥੇ ਆਖਦੇ ਕਹਿੰਦੇ ਕੌਣ ਆ? ਊਹਾਂ ਗਨੀ ਬਸਹਿ ਮੂਮੂਰ। ਕਹਿੰਦੇ ਉਸ ਜਿਹੜੇ ਊਹਾਂ ਉਹ ਜਿਹੜੀ ਜਗ੍ਹਾ ਆ ਬਕੁੰਠਿਆ, ਕਹਿੰਦੇ ਬ੍ਰਹਮ ਉਸ ਸਥਾਨ ਦੇ ਵਿੱਚ। ਗਨੀ ਮੈਨੇ ਜਿਨ੍ਹਾਂ ਨੇ ਪਰਮਾਤਮਾ ਨੂੰ ਪਛਾਣ ਲਿਆ, ਉਹ ਜਿਹੜੇ ਬ੍ਰਹਮ ਗਿਆਨੀ ਮਹਾਂਪੁਰਖ ਆ ਨਾ, ਉਹ ਉੱਥੇ ਬਸ। ਇਹ ਨਹੀਂ ਕਿ ਲੱਲੂ ਬੱਲੂ ਹਰੇਕ ਚੱਲ ਜੂਗਾ। ਜਿਹੜੇ ਬ੍ਰਹਮ ਗਿਆਨੀ ਆ ਉਹ ਉੱਥੇ ਬਸਦੇ, ਉਹਨਾਂ ਦਾ ਉੱਥੇ ਨਿਵਾਸ ਹੁੰਦਾ ਹੈ। ਮਾਮੂਰ ਕਹਿੰਦੇ ਲਵਾ ਲਵ, ਪੂਰੇ ਡੱਕੋ ਡੱਕ ਆਨੰਦ ਨਾਲ ਭਰੇ ਹੋਏ। ਆਮ ਲੋਕਾਂ ਦਾ ਮਾੜਾ ਚੰਗਾ ਖਾ ਲਿਆ, ਬੜਾ ਆਨੰਦ ਆ। ਜੇ ਢਿੱਡ ਪੀਣ ਹੋਣ ਲੱਗ ਪਈ, ਕਾਹਨੂੰ ਖਾਣਾ ਸੀ? ਐਵੇਂ ਖਾ ਬੈਠੇ। ਜਾਂ ਉਲਟੀਆਂ ਹੋਣ ਲੱਗ ਪਈਆਂ, ਜਾਂ ਪੇਚਿਸ ਹੋ ਗਈ, ਕਹਿੰਦੇ ਐਵੇਂ ਖਾ ਬੈਠੇ ਲਾਲਚ ਵਿੱਚ। ਪਰ ਉੱਥੇ ਕਹਿੰਦੇ ਬਸ ਮਾਮੂਰ, ਉੱਥੇ ਦਾ ਕਹਿੰਦੇ ਲਵਾ ਲਵ ਆਤਮਾ ਆਨੰਦ ਜਿਹੜਾ ਨਾ ਭਰੇ ਹੋਏ। ਆਤਮਾ ਆਨੰਦ ਦੇ ਸਹਿਤ ਰਹਿ ਰਹੇ। ਹਾਂਜੀ ਉਹਨਾਂ ਦੇ ਕੋਲ ਦੈਵੀ ਸੰਪਤਾ ਦਾ ਧਨ ਹੈ, ਸ਼ੁਭ ਗੁਣਾਂ ਦਾ ਧਨ ਹੈ। ਉਹਦੇ ਸਾਥ ਉਹ ਰਹਿੰਦੇ, ਉਹਦੇ ਦੁਆਰਾ ਉਹ ਰਹਿੰਦੇ। ਕੋਈ ਕਮੀ ਨਹੀਂ, ਕੋਈ ਪੇਸ਼ੀ ਨਹੀਂ। ਬਾਬਾ ਹਰਨਾਮ ਸਿੰਘ ਮਹਾਰਾਜ ਹੋਏ ਪੁੱਛੋ ਵਾਲੇ ਬ੍ਰਹਮ ਗਿਆਨੀ ਮਹਾਂਪੁਰਖ, ਤੇ ਬਾਬਾ ਬਹਾਲ ਦਾਸ ਸਦਾਸੀ ਸਾਧੂ ਸੀ। ਬਹੁਤ ਜਪ ਤਪ ਕਰਾਇਆ, ਤੇ ਮਹਾਂਪੁਰਖ ਨੇ ਉਹਨਾਂ ਨੂੰ ਕਿਹਾ ਸੀ 110 ਸ੍ਰੀ ਜਪਜੀ ਸਾਹਿਬ ਰੋਜ਼ ਕਰਦਾ। 12 ਸਾਲ ਨਾਗਾ ਨਹੀਂ ਪਾਇਆ, ਸੇਵਾ ਜੁਦੀ ਕੀਤੀ। ਜਿਹੜੇ ਇਸ ਤਰ੍ਹਾਂ ਕੀਤਾ ਤੇ ਫਿਰ ਆਪਣੇ ਬਖਸ਼ਾਂ ਕਰਤੀਆਂ। ਕਹਿਣ ਲੱਗੇ ਅਸੀਂ ਨਿਰਮਲਿਆਂ ਤੋਂ ਉਦਾਸੀ ਹਾਂ, ਮੰਤਰ ਤੇਰਾ ਉਹੀ ਰੱਖਾਂਗੇ, ਬਖਸ਼ਿਸ਼ ਕਰਾਂਗੇ। ਬਖਸ਼ਿਸ਼ ਕਰਤੀ। ਕਹਿੰਦੇ ਹੁਣ ਤੇਰੇ ਬਖਸ਼ਿਸ਼ ਕਰਤੀ ਆ, ਦੇਖੋ ਜਿੱਥੇ ਮਰਜ਼ੀ ਲੰਗਰ ਲਾ ਕੇ ਬਹਿ ਜਾਂਦਾ, ਕੋਈ ਤੋਟੇ ਨਹੀਂ ਹੁੰਦੀ, ਭੰਡਾਰੇ ਚੱਲਦੇ। ਇਸ ਕਰਕੇ ਕਹਿੰਦੇ ਊਹਾਂ ਗਨੀ ਬਸੈ ਮਾਮੂਰ। ਉੱਥੇ ਕਹਿੰਦੇ ਗਨੀ ਜਿਹੜੇ ਆਤਮਾ ਧਨ ਦੇ ਧਨੀ ਜਿਹੜੇ ਆ, ਮਾਮੂਰ ਉਹ ਆਤਮਾ ਦਾ ਨਾ ਲਵਾ ਲਵ ਹੈ, ਨੱਕੋ ਨੱਕ ਡੱਕੋ ਡੱਕ ਭਰੇ ਹੋਏ, ਉਹ ਉੱਥੇ ਰਹਿੰਦੇ। ਔਰ ਜਿਹੜਾ ਦੈਵੀ ਸੰਮਤੀ ਸਤ ਸੰਤੋਖ ਦਇਆ ਧਰਮ ਧੀਰਜ ਵਿਵੇਕ ਆਦਿਕ ਇਹ ਸ਼ੁਭ ਗੁਣਾਂ ਦੇ ਧਨ ਦੇ ਉਹ ਸਹਿਤ ਹੈ। ਇਹ ਭੰਡਾਰੇ ਮੁੱਕਦੇ ਨਹੀਂ, ਹਰ ਵੇਲੇ ਚੱਲੀ ਜਾਂਦੇ। ਇੱਕ ਵਾਰੀ ਲੰਗਰ 'ਚ ਘਿਓ ਨਾ ਆਇਆ, ਤੇ ਧੰਨ ਧੰਨ ਬਾਬਾ ਕਰਮ ਸਿੰਘ ਮਹਾਰਾਜ ਕਹਿੰਦੇ ਮਹਾਰਾਜ ਘਿਓ ਹੈ ਨਹੀਂ। ਕਹਿੰਦੇ ਅੱਛਾ ਚਲੋ ਫਿਰ ਆਪਾਂ ਖਵਾਜੇ ਤੋਂ ਆਧਾਰ ਲੈ ਲੈਣਾ। ਖਵਾਜੇ ਤੋਂ ਬਰਨ ਦੇਵ ਤੇ ਕਹਿੰਦੇ ਜਾ ਕੇ ਨਾ ਗਾਗਰਾਂ ਤੇ ਆਹ ਨਾਲਾ ਵਗਦਾ, ਕੱਲ ਪਾਣੀ ਉਹਦਾ ਨਾਮ ਸੀ। ਉੱਧਰ ਹੋਤੀ ਮੈਦਾਨ ਪਾਕਿਸਤਾਨ ਅਫਗਾਨਿਸਤਾਨ। ਕਹਿੰਦੇ ਅਸੀਂ ਇਹਦੇ ਕਿਨਾਰੇ
ਗੁਰੂ ਨਾਨਕ ਸਾਹਿਬ ਬਾਣੀ ਜਪਜੀ ਸਾਹਿਬ ਪੜ੍ਹਿਆ, ਸੁਖਮਨੀ ਪੜ੍ਹੀ ਹੈ, ਬੋਲ ਮੰਤਰ ਗੁਰੂ ਮੰਤਰ ਦੇ ਅਭਿਆਸ ਕੀਤੇ ਆ। ਇਹ ਜਲ ਪਵਿੱਤਰ ਹੋ ਗਿਆ, ਰੋਗਾਂ ਨੂੰ ਵੀ ਦੂਰ ਕਰਦਾ, ਮਿੱਟੀ ਵੀ ਪਵਿੱਤਰ ਹੋ ਗਈ। ਉੱਥੋਂ ਵਰਨ ਦੇਵਤੇ ਨੂੰ ਬੇਨਤੀ ਕਰਕੇ ਨਾ, ਤੇ ਜਿੰਨਾ ਘਿਓ ਚਾਹੀਦਾ ਉਹਨੀਆਂ ਗਾਗਰਾਂ ਭਰ ਲਓ। ਇੱਥੇ ਗਿਆਨੀ ਪ੍ਰੇਮ ਸਿੰਘ ਰਾਏ ਨਾ ਹੈੱਡ ਗ੍ਰੰਥੀ ਨਿਹੰਗ ਸਿੰਘ, ਉਹ ਕਹਿੰਦੇ ਮੇਰਾ ਨਾਨਾ ਫੌਜ ਵਿੱਚ ਸੀ। ਉਹ ਫੌਜੀ ਸਿੰਘ ਆਏ ਸੀ ਉੱਥੇ ਦਰਸ਼ਨ ਕਰਨ, ਤੇ ਮਹਾਰਾਜ ਆਪ ਵੀ ਫੌਜ ਰਹਿ ਕੇ ਖਾਲਸਾ ਰਾਜ ਭਰਤੀ ਹੋਏ 1844 ਤੇ 57 ਚ ਵਿਹੋਣੀ ਆਪਣੇ ਉੱਧਰੋਂ ਛੱਡਿਆ ਸੀ। ਜਿਹੜੇ 10ਵੇਂ ਪਾਤਸ਼ਾਹ ਆਪਣੇ ਜਗ੍ਹਾ ਖੜੇ ਪਹਿਰਾ ਦਿੱਤਾ। ਉਹ ਪ੍ਰੇਮ ਸਿੰਘ ਦੱਸਿਆ ਵੀ ਨਾਨਾ ਜੀ ਕਹਿੰਦਾ ਜਿਲੇ ਅਸੀਂ ਗਏ ਨਾ, ਜਿਵੇਂ ਤਾੜਿਆ ਮੱਖਣ ਹੁੰਦਾ ਇਉਂ ਦਰਿਆ ਭਰਿਆ ਗਿਆ। ਹਾਂਜੀ, ਉਹ ਪ੍ਰੇਮ ਸਿੰਘ ਹੈੱਡ ਗ੍ਰੰਥੀ ਇੱਥੇ ਰਹੇ ਸਾਡੇ, ਨਿਹੰਗ ਸਿੰਘ ਸੀ, ਹਰੀਆਂ ਬਿਲਾਂ ਪ੍ਰੇਮੀ ਸੀ। ਉਹ ਆਪਣੇ ਨਾਲ ਵੀ ਰੱਖਦੇ ਸੀ, ਬੜੇ ਵਿਦਵਾਨ ਸੀ। ਤੇ ਕਹਿੰਦੇ ਉੱਥੇ ਜਿਹੜੇ ਗਏ ਪਹਿਲਾਂ ਬੁੜੇ ਪੁਰਾਣੇ ਛਕੜੇ ਹੁਣ ਤਕੜੇ ਹੁੰਦੇ ਸੀ। ਕਹਿੰਦੇ ਪਹਿਲਾਂ ਤਾਂ ਬੁੱਕ ਭਰ ਕੇ ਅਸੀਂ ਛਕਿਆ ਚੰਗਾ, ਫਿਰ ਕਹਿੰਦੇ ਗਾਗਰਾਂ ਭਰ ਕੇ ਲੈ ਗਏ। ਉਹ ਲੰਗਰ ਫਿਰ ਖੁੱਲ੍ਹੇ ਭੰਡਾਰੇ ਵਰਤੇ। ਤੇ ਮਹਾਂਪੁਰਸ਼ ਜਿਹੜੇ ਉਹਦਾ ਰਿਵਾਜ ਹੁੰਦਾ ਸੀ ਜਰਦਾ ਬਣਾਉਣਾ, ਕੁਝ ਫਿਰ ਮੇਵੇ ਬਹੁਤ ਪਾਉਂਦੇ ਸੀ, ਘਿਓ ਪਾਉਣਾ, ਤੇ ਦਹੀਂ ਚੌਲ ਉੱਥੇ ਦਾ ਮਸ਼ਹੂਰ ਸੀ। ਹੁਣ ਵੀ ਸਾਡੇ ਜਦੋਂ ਕੋਈ ਭੰਡਾਰਾ ਹੁੰਦਾ ਤੇ ਜ਼ਰੂਰ ਬਣਾਇਆ ਜਾਂਦਾ। ਉੱਥੇ ਦਾ ਰਿਵਾਜ ਜਿਹੜਾ ਹੋਤੀ ਮਰਦਾ ਹੁੰਦਾ, ਉਹ ਫਿਰ ਮਹਾਂਪੁਰਸ਼ਾਂ ਨੇ ਨਾ ਇਉਂ ਚੌਲ ਫੜ ਕੇ ਇਉਂ ਘੁੱਟਣ। ਜੇ ਘਿਓ ਦੀ ਧਾਰ ਚਰਨਾਂ ਤੱਕ ਪੈਂਦੀ ਚੱਲ ਜਾ ਖੜਿਆ, ਨਹੀਂ ਲਾਂਗਰੀ ਕਹਿਣਾ ਚੱਲ ਤੂੰ ਨਾ ਲੰਗਰ ਸਰਫਾ ਕਿਉਂ ਕਰਦਾ, ਮਹਾਰਾਜ ਦੇ ਰਿਹਾ। ਉਹ ਲਾਂਗਰੀ ਨੂੰ ਹੋ ਜਾਂਦਾ ਮਹਾਰਾਜ ਤੂੰ ਹੀ ਫੌਜੀ ਲੈ ਜਾਂਦੇ ਆ, ਇਹ ਆਉਂਦੇ 100 ਕੂੜਾ ਲੈ ਜਾਂਦੇ, ਬਾਲਟਾ ਵਾਲਾ ਖੀਰ ਦਾ ਲੈ ਜਾਂਦੇ, ਤੇ ਆਪਾਂ ਆਪ ਕਰ ਲਿਆ ਕਰੀ। ਮਹਾਰਾਜ ਕਹਿੰਦੇ ਉਹੀ ਲਿਆਉਂਦੇ ਆ, ਉਹੀ ਪਕਾਉਂਦੇ ਵਰਤਾਉਂਦੇ, ਤੁਹਾਨੂੰ ਕੀ ਹੈ। ਇਹ ਗੁਰੂ ਨਾਨਕ ਦਾ ਲੰਗਰ ਜਿੰਨਿਆਂ ਦੇ ਮੂੰਹ ਪੈ ਜਾਊ ਉਹ ਤੁਹਾਨੂੰ ਗੁਰੂ ਨਾਨਕ ਜਪ ਜਾਊ। ਇਹ ਵੀ ਬਹੁਤ ਵੱਡਾ ਪ੍ਰਚਾਰ ਹੈ। ਤੇ ਭੁੱਖ ਨਾ ਕਰਨ ਭੁੱਲੀ ਜਾਣਾ ਉੱਥੇ ਗੱਲ ਪ੍ਰਚਾਰ ਹੈ ਵੀ। ਮਹਾਰਾਜ ਕਹਿੰਦੇ ਕਿਉਂ ਭੁੱਖ ਹਰੇਕ ਨੂੰ ਲੱਗਦੀ ਹੈ, ਸਾਰੇ ਆਉਂਦੇ ਮਹਾਰਾਜ ਲੰਗਰ ਚ, ਪਸ਼ੂ ਪੰਛੀ ਕੀੜੇ ਮਕੌੜੇ ਵੀ ਭੋਰੇ ਸੁਣ ਕੇ ਖਾਂਦੇ। ਉਹ ਫਿਰ ਸਾਧ ਸੰਗਤ ਜੀ ਇੱਕ ਵਾਰੀ ਕਹਿੰਦੇ ਮਹਾਰਾਜ ਭਾਈ ਆਪਾਂ ਖੰਡ ਜਾਂ ਗੁੜ ਵਰਤ ਲਈਏ, ਖਰਚਾ ਬੜਾ। ਤੇ ਮਹਾਰਾਜ ਕਹਿੰਦੇ ਅੱਜ ਤੋਂ ਬਾਅਦ ਬੀਕਾਨੇਰੀ ਮਿਸਰੀ ਵਰਤ। ਇਹਨੇ ਫਰਾਕ ਦਿਲ ਬਾਬਾ ਕਰਮ ਸਿੰਘ ਮਹਾਰਾਜ ਹੋਤੀ ਮੰਗਾ, ਉਹ ਵਰਤਿਆ ਭੰਡਾਰਾ। ਤੇ ਕਹਿੰਦੇ ਹੁਣ ਅੱਗੇ ਵਾਸਤੇ ਸਾਰਾ ਫੌਜੀ ਲੰਗਰ ਵਰਤਾਇਆ ਕਰਾਂਗੇ। ਭੰਡਾਰਾ ਜਿਹੜੇ ਵਰਤ ਲਿਆ, ਕਈ ਦਿਨ ਬੀਤ ਗਏ। ਮਹਾਰਾਜ ਜਾਣੀ ਜਾਣ ਕਹਿੰਦੇ ਵੀ ਅਮਾਨਤ ਵਿੱਚ ਖਿਆਨਤ ਨਹੀਂ ਕਰੀਦੀ, ਇਹ ਬੰਦੇ ਤੋਂ ਇੱਕ ਚੀਜ਼ ਲੈ ਲਈ ਤੇ ਟਾਈਮ ਨਾਲ ਮੋੜਨੀ ਚਾਹੀਦੀ ਹੈ। ਤੁਸੀਂ ਵਰਨ ਦੇਵਤੇ ਤੋਂ ਲਿਆਏ ਸੀ, ਉਹਨਾਂ ਘਿਓ ਮੁੜਿਆ ਉੱਥੇ। ਕਹਿੰਦੇ ਮਹਾਰਾਜ ਉੱਥੇ ਦਰਿਆ ਸੀ, ਕਹਿੰਦੇ ਪਾਣੀ ਲਿਆ ਸੀ ਕਿ ਦਰਿਆ ਘਿਓ ਲਿਆ ਸੀ? ਘਿਓ ਲਿਆ ਸੀ। ਕਹਿੰਦੇ ਉਨੀਆਂ ਗਾਗਰਾਂ ਪਾ ਕੇ, ਉਨੀਆਂ ਗਾਗਰਾਂ ਉੱਥੇ ਪਾਈਆਂ। ਇੱਕ ਵਾਰੀ ਮਹਾਰਾਜ ਇਕੱਲੇ ਬੈਠੇ, ਜਾਂਦਾ ਲਾਉਣ ਦਾ ਹੁਕਮ ਨਾ ਸੀ, ਚਾਰ ਦੀਵਾਰੀ ਨਹੀਂ ਕਰਦਾ। ਉਹ ਪਠਾਣਾ ਦਾ ਦੇਸ਼ ਸਾਰਾ ਜਿਹੜੇ ਤਾਲਬੰਦ ਵਗੈਰਾ, ਜਿੱਦਾਂ ਉਹਨਾਂ ਨੇ ਕਰਾਮਾਤਾਂ ਨੂੰ ਡਡੌਤਾਂ ਕਰਦੇ ਉਵੇਂ ਇਹ ਠੂਹੇ ਕਾਬੂ ਆਉਣ ਵਾਲੇ ਕਿੱਥੇ, ਉਹਨਾਂ ਅੱਗੇ ਝੁਕਦੇ ਸੀ। ਇਹ ਪੀਰ 'ਚ ਬੜੀ ਸ਼ਕਤੀ ਹੈ। ਉਹ ਆ ਗਿਆ ਇਕੱਲੇ ਬੈਠੇ, ਜਾਂਦੀ ਇਹ ਬਾਬਾ ਸਾਨੂੰ ਖਾਣ ਨੂੰ ਦੇ। ਉਹ ਕਹਿੰਦੇ ਵੀ ਮੈਂ ਦਿੱਤਾ ਮੁੱਕ ਜਾਣਾ, ਐਂ ਕਰੋ ਉੱਧਰ ਖੱਚਰਾਂ ਖੁਚਰਾਂ ਹੁੰਦੀਆਂ ਲੈ ਆਓ, ਤੇ ਜਿਹਨਾਂ ਲੋੜੇ ਲੱਦ ਕੇ ਲੱਗ। ਕਹਿੰਦੇ ਬਾਬਾ ਤੇਰਾ ਕੀ ਪਤਾ, ਤੂੰ ਆਉਂਦਿਆਂ ਖਿਸਕ ਜਾਏ। ਕਹਿੰਦੇ ਨਹੀਂ, ਬਚਨ ਤਾਂ ਜਾਂਦੇ ਨਹੀਂ, ਸਿੰਘ ਬਚਨ ਦੇ ਕੇ ਨਹੀਂ ਜਾਂਦੇ। ਉਹ ਜੇ ਲੈ ਅੰਨੇ ਨੂੰ 2 ਅੱਖਾਂ, ਉਹਦਾ ਲਿਆਏ ਖਿਚਰਾਂ ਸਾਰਾ ਲਗਾ ਚੱਕ। ਜਿਹੜੇ ਪੁੱਠੇ ਸੇਵਾ ਦਾ ਮਹਾਰਾਜ ਸਟੋਰ ਸਾਰੇ ਖਾਲੀ ਹੈ, ਕੁਛ ਵੀ ਨਹੀਂ। ਮਹਾਰਾਜ ਕਹਿੰਦੇ ਵੀ ਕੀ ਕਰੀਏ? ਕਹਿੰਦੇ ਪੁਲਿਸ ਵਾਲਿਆਂ ਨੂੰ ਕੋਈ ਰਿਪੋਰਟ ਪੜ੍ਹ ਦਈਏ। ਕਹਿੰਦੇ ਜੇ ਰਾਸ਼ਨ ਨੂੰ ਤੁਸੀਂ ਕੀ ਕਰਦੇ? ਕਹਿੰਦੇ ਮਹਾਰਾਜ ਸੰਗਤ ਨੂੰ ਛਕਾਉਂਦੇ। ਕਹਿੰਦੇ ਜਿਹੜੇ ਲਗਾਏ ਉਹ ਵੀ ਸੰਗਤ ਹੀ ਹੋਊ, ਹੁਣ ਆਪੇ ਪਕਾਉਣਗੇ, ਅੱਗੋਂ ਬਾਲਣਗੇ, ਵਰਤਾਉਣਗੇ, ਤੁਸੀਂ ਆਰਾਮ ਨਾਲ ਮਾਲਾ ਫੇਰੋ। ਜੇ ਮਹਾਰਾਜ ਗੁਰੂ ਨਾਨਕ ਲੰਗਰ ਚਲਾਉਣਾ ਆਪੇ ਭੇਜ ਦਿਓ। ਔਰ ਸੰਗਤ ਨੂੰ ਪਤਾ ਲੱਗਾ ਸੰਗਤ ਵੱਡੀ ਕੰਮ ਤੇ ਨੇ, ਉੱਥੇ ਪਤਾ ਹੀ ਨਹੀਂ ਲੱਦੇ ਹੀ ਆਏ। ਫਿਰ ਲੈਬਰਾਂ ਸ਼ਹਿਬਰਾਂ
इस करके ਜਿਹੜੇ कमाई वाले उन्होंने ਦੀਆਂ ਗੱਲਾਂ ਤੇ ਬਾਕੀ ਜਿਹੜਾ ਮਾੜਾ ਉੱਥੇ ਭੁੱਖ ਨੰਗ ਹੁੰਦੀ ਹੈ ਉਹਦਾ ਫਿਰ 50 ਵੀ ਸੋਚਦਾ ਐਵੇਂ ਹੋ ਜਾਊ ਐਵੇਂ ਹੋ ਜਾਊਗਾ ਜੀ। ਪਰ ਉਹ ਜਿਹੜੇ ਬਰਕਤਾਂ ਵਾਲੇ ਲੋਕ ਆ ਉਹਨਾਂ ਦੇ ਭੰਡਾਰੇ ਨਹੀਂ ਦੇਖਦੇ। ਬਾਬਾ ਅਤਰ ਸਿੰਘ ਮਹਾਰਾਜ ਰੇਰੂ ਸਾਹਿਬ ਵਾਲੇ ਇੱਕ ਡਾਕਟਰ ਕਹਿੰਦਾ ਮਹਾਰਾਜ ਕਰਾਮਾਤ, ਕਹਿੰਦੇ ਤੇਰੇ ਕਰਾਮਾਤ ਇਹ ਲੋਕ ਜਿਹਨੂੰ ਮੱਥਾ ਟੇਕਦੇ ਮਰੀਜ਼ ਰਾਜੀ ਕਰਦੇ ਨਹੀਂ ਮਹਾਰਾਜ ਸੰਤਾਂ ਵਾਲੀ ਕਹਿੰਦੇ ਹੋਰ ਤਾਂ ਜ਼ਿਆਦਾ ਕਹਿੰਦੇ ਨਹੀਂ। ਰੇਰੂ ਸਾਹਿਬ ਤੇ ਪਿਸ਼ਾਵਰ ਤੱਕ ਸੰਗਤ ਆ ਕੇ ਰੋਟੀਆਂ ਖਾਣ ਬਹਿ ਜਾਏ ਇਹ ਭੰਡਾਰਾ ਨਹੀਂ ਮੁੱਕੂਗਾ। ਤੈਨੂੰ ਪਤਾ ਲੱਗ ਜੂ ਗੁਰੂ ਨਾਨਕ ਦੀ ਕਰਾਮਾਤ ਕੀ ਭੰਡਾਰਾ ਨਹੀਂ ਮੁੱਕੂਗਾ। ਰੇਰੂ ਸਾਹਿਬ ਮਹਾਰਾਜ ਕਹਿੰਦੇ ਬਾਬਾ ਅਤਰ ਸਿੰਘ ਜੀ ਮਹਾਰਾਜ ਰਾੜੇ ਵਾਲੇ ਇਹਨਾਂ ਦੇ ਗੁਰੂ ਸੀ। ਜਦੋਂ ਰਾੜੇ ਵਾਲੇ ਬਲੈਤ ਚੱਲੇ ਨਾ ਇੱਕ ਚਰਨ ਕਾਰ ਇੱਕ ਵਾਰ ਐਉਂ ਦੇਖਦਾ ਲੰਗਰ ਵਾਲਾ ਕਹਿੰਦੇ ਲੰਗਰ ਜੋਗੋ ਜੋ ਚੱਲ ਦੁਨੀਆ ਕਿਵੇਂ ਖਾਂਦੀ ਮੁੱਕਦਾ ਹੀ ਨਹੀਂ ਭੰਡਾਰਾ। ਕਮਾਈ ਗਰਾਈ ਵੀ ਕੋਈ ਨਹੀਂ। ਜਦੋਂ ਬਲੈਤ ਗਏ ਨਾ ਮਹਾਰਾਜ ਤੇ 6 ਮਿੰਟ ਕੈਰੋਂ ਵੀ ਗਿਆ ਸੀਟ ਇੱਕੋ ਹੀ, ਇੱਕ ਪਾਸੇ ਮਹਾਰਾਜ ਬੈਠੇ ਇੱਕ ਪਾਸੇ ਉਹਨੂੰ ਨਹੀਂ ਪਤਾ ਵੀ ਸੰਤ ਮਹਾਰਾਜ ਇੱਕ ਰਾੜੇ ਵਾਲੇ ਜਿਹੜੇ ਜਹਾਜ਼ ਉਤਰਿਆ ਉੱਥੇ ਇੰਨੀ ਦੁਨੀਆ ਹਾਰ ਲੈ ਲੈ ਗੁਲਦਸਤੇ ਖੜੀ ਕੈਰੋਂ ਨੂੰ ਹੋਇਆ ਵੀ ਇੰਨਾ ਤਾਂ ਮੇਰਾ ਸਤਿਕਾਰ ਪੰਜਾਬ 'ਚ ਵੀ ਨਹੀਂ ਹੋਇਆ ਇੰਡੀਆ 'ਚ ਜਿੰਨਾ ਇੱਥੇ। ਜਿਹੜੇ ਉਤਰੇ ਉਹ ਸਾਰੇ ਹਾਰ ਗੁਲਦਸਤੇ ਸੰਤਾਂ ਨੂੰ ਭੇਟ ਹੋ ਗਏ। ਉਹ ਦੇਖਦਾ ਰਹਿ ਗਿਆ ਵੀ ਮੈਨੂੰ ਨਹੀਂ ਆਏ ਸੀ, ਇਹ ਤਾਂ ਸੰਤ ਮਹਾਰਾਜ ਰਾੜੇ ਵਾਲਿਆਂ ਨੂੰ ਆਏ ਸੀ। ਫਿਰ ਪਤਾ ਲੱਗਾ ਵੀ ਇਹ ਰਾੜੇ ਵਾਲੇ ਸੰਤ। ਫਿਰ ਮਹਾਰਾਜ ਤੋਂ ਟਾਈਮ ਲਿਆ, ਟਾਈਮ ਦੇ ਪਾਬੰਦ ਬੜੇ ਉਹ 5 ਮਿੰਟ ਲੇਟ ਹੋ ਗਿਆ। ਮਹਾਰਾਜ ਉਹਨੇ ਗੱਡੀ ਬਾਹਰ ਆਈ ਗਏ ਕਹਿੰਦੇ ਮਹਾਰਾਜ ਕਹਿੰਦੇ ਟਾਈਮ ਹੋ ਗਿਆ ਤੁਸੀਂ ਲੇਟ ਹੋ ਗਏ। ਫਿਰ ਉਹ ਬੋਲਿਆ ਕਹਿੰਦਾ ਮੈਂ ਬੜੇ ਸਾਧਾਂ ਕੋਲ ਗਿਆ ਜਾਂਦੇ ਆ ਮੇਰੇ ਮੂਹਰੇ ਡਾਲੀਆਂ ਲੈ ਲੈ ਆਉਂਦੇ ਆ ਮੰਗ ਜਿਆ। ਇੱਕ ਸੰਤ ਦੇਖਿਆ ਨਰੰਗਾਵਾਲ ਸੰਪਰਦਾ ਉਹਦੀ ਮਰਦਾ ਐਡਾ ਬੇਪਰਵਾਹ। ਫਿਰ ਟਾਈਮ ਲੈ ਕੇ ਆਇਆ ਕਰੋ ਹੈਂ ਜਿਹੜੇ ਆਇਆ ਬਾਰੇ ਕਹਿੰਦੇ ਕੌਣ ਆ ਕਹਿੰਦੇ ਮੈਂ ਚੀਫ ਮਿਨਿਸਟਰ। ਕਹਿੰਦੇ ਕਿੱਥੇ ਲਿਖਿਆ ਚੀਫ ਮਿਨਿਸਟਰ? ਤੇਰਾ ਨਾਂ ਕੀ ਆ? ਪ੍ਰਤਾਪ ਸਿੰਘ। ਕਿੱਥੇ ਲਿਖਿਆ? ਇਹ ਮੱਥਾ ਆ, ਇਹ ਸਿਰ ਆ, ਇਹ ਅੱਖਾਂ ਨੱਕ ਕੰਨ ਮੂੰਹ ਆ, ਕਿੱਥੇ ਆ? ਉਹਦਾ ਵਿਚਾਰਾ ਪੈ ਗਿਆ ਭੰਬਲ ਗੁੱਸੇ। ਕਹਿੰਦੇ ਮਹਾਰਾਜ ਫਿਰ ਦੱਸੋ ਕੌਣ? ਕਹਿੰਦੇ ਬੁੱਲੇ ਨੇ ਕਿਹਾ। ਬੁੱਲਿਆ ਕੀ ਜਾਣਾ ਮੈਂ ਕੌਣ? ਕਹਿੰਦਾ ਗੌਣੀ ਚੀਜ਼ਾਂ ਅਸਲੀ ਆਪਾ ਆਤਮਾ ਹੀ ਦਾ ਆਪਣਾ ਪਿਆ। ਆਤ ਚੀਜ਼ਾਂ ਬਾਹਰ ਦੀਆਂ ਜਿਨ੍ਹਾਂ ਨਾਲ ਜੁੜੇ ਫਿਰਦੇ ਆ। ਇਹ ਗੱਲ ਕਹਿ ਸਕਦਾ ਕੋਈ ਗਿਆਨਵਾਨ ਮਹਾਂਪੁਰਖ, ਨਹੀਂ ਤਾਂ ਦੁਨੀਆ ਮੋਹਰੇ ਦੌੜੀ ਫਿਰਦੀ ਹੈ। ਪਰ ਜਿਹੜੇ ਕਮਾਈ ਵਾਲੇ ਉਹਨਾਂ ਦੀਆਂ ਗੱਲਾਂ ਇਸ ਕਰਕੇ ਭਗਤ ਰਵਿਦਾਸ ਜੀ ਕਹਿ ਰਹੇ ਆ ਉਹਾਂ ਗਨੀ ਵਸੇ ਮਾਮੂ। ਗਨੀ ਮੈਨੇ ਉਹ ਜਿਹੜੇ ਆਤਮਾ ਧਨ ਦੇ ਅਮੀਰ ਆ ਉਹ ਬਸ ਉੱਥੇ। ਇਸ ਵਾਸਤੇ ਉਹ ਜਿਹੜੇ ਮਹਾਂਪੁਰਖ ਆ ਉਹ ਬੁਕੁੰਠ ਧਾਮ ਵਿੱਚ ਰਹਿੰਦੇ ਉਹਾਂ ਗਨੀ ਵਸੇ ਮਾਮੂਰ। ਮਾਮੂਰ ਮੈਨੇ ਉਹ ਲਵਾ ਲਵ ਗਿਆਨ ਅੰਮ੍ਰਿਤ ਦੇ ਨਾਲ ਭਰੇ ਹੋਏ, ਕੋਈ ਭੁੱਖੇ ਹੀ ਨਹੀਂ, ਕੋਈ ਇੱਛਾ ਹੀ ਨਹੀਂ। ਏਡੇ ਨਿਸ਼ਕਾਮ ਬਣ ਜਾਂਦੇ, ਏਡੇ ਨਿਸ਼ਕਾਮ ਬਣ ਜਾਂਦੇ। ਤਿਉਂ ਤਿਉਂ ਸੈਲ ਕਰਿਆ ਜਿਉਂ ਭਾਵੇਂ, ਜਿਵੇਂ ਉਹਨੂੰ ਭਾਉਂਦਾ ਉਵੇਂ ਸੈਲ ਕਰਦੇ ਸੁਤੰਤਰ ਫਿਰਦੇ। ਕੋਈ ਰਾਜਾ ਸੀ ਤੇ ਉਹ ਸੰਤ ਨਾਲ ਪਿਆਰ ਕਰ ਗਿਆ, ਉਹ ਜਾਣ ਨਾ ਦੇਵੇ। ਸੰਤ ਕਹਿੰਦੇ ਵੀ ਹੁਣ ਸਾਨੂੰ ਛੁੱਟੀ ਦੇ ਦੇ। ਤੇ ਕਹਿੰਦੇ ਚਲੋ ਵਿਦਾ ਕਰੀ ਜਾ। ਜਿਲੇ ਆ ਗਏ ਤੇ ਉੱਥੇ ਉਤਾਰਿਆ। ਕਹਿੰਦੇ ਗਾਂ ਚਲੋ। ਕਹਿੰਦੇ ਮੇਰੇ ਰਾਜ ਦੀ ਤਾਂ ਹੱਥ ਖਤਮ ਹੋ ਗਈ, ਮੈਂ ਜਾ ਨਹੀਂ ਸਕਦਾ ਗਾ, ਸਿਕਿਉਰਿਟੀ ਨੇ ਇਜਾਜ਼ਤ ਨਹੀਂ ਦੇਣੀ। ਕਹਿੰਦੇ ਤੇਰੀ ਹੱਦ ਖਤਮ ਹੋਈ, ਸਾਡੀ ਸ਼ੁਰੂ ਹੋਈ। ਸਗਲੀ ਧਰਤੀ ਸਾਧ ਕੀ ਤਸਕਰ ਵੈਸਾ ਗਾ। ਇਹ ਸਾਰੀ ਧਰਤੀ ਭਜਨ ਵਾਲੇ ਸਾਧੂਆਂ ਨੇ ਪੈਦਾ ਕੀਤੀ। ਰਾਜੇ ਚੋਰ ਜਿਹੜੇ ਆ ਕਬਜ਼ਾ ਕਰਕੇ ਬਹਿ ਗਏ, ਅਸੀਂ ਮਾਲਕ ਬਣ ਗਏ। ਇਹ ਧਰਤੀ ਦਾ ਭਜਨ ਵਾਲਿਆਂ ਨੇ ਪੈਦਾ ਕੀਤੀ ਰੱਬ ਨੇ। ਤਿਉਂ ਤਿਉਂ ਸੈਲ ਕਰਿਆ ਜਿਵੇਂ ਭਾਵੇਂ, ਉਵੇਂ ਸੈਲ ਕਰਦੇ ਜਿਵੇਂ ਪਰਮਾਤਮਾ ਨੂੰ ਪਾਉਂਦਾ ਸੁਤੰਤਰ ਆ। ਮਹਿਰਮ ਮਹਿਲ ਨਾ ਕੋਟ ਕੋਟੇ।
ਮਹਿਰਮ ਮਹਿਲ ਅੰਕੋਟ ਕਰ। ਕਹਿੰਦੇ ਜਿਹੜਾ ਮਹਿਲ ਸਵੈਂਗ ਸਰੂਪ ਉਹਦੇ ਮਹਿਰ ਭੇਤੀ ਆ, ਉਹਨਾਂ ਨੂੰ ਕੋਈ ਰੋਕਦਾ ਨਹੀਂ। ਇੱਕ ਬਾਬਾ ਕਰਮ ਦਾ ਚੇਲਾ ਹੁੰਦਾ ਸੀ, ਉਹ ਦਿਨਾਂ ਨੂੰ ਲਾਲਟਨ ਬਾਲ ਕੇ ਰੱਖਿਆ, ਅੰਗਰੇਜ਼ ਦਾ ਰਾਜ ਸੀ। ਤੇ ਬਾਬਾ ਹੀ ਕਿਰਪਾ ਸੀ, ਉਹ ਬੈਲਸਰੇ ਚਲੇ ਗਿਆ। ਉਹ ਕਹਿੰਦਾ ਕਿਵੇਂ ਆਇਆ? ਕਹਿੰਦੇ ਵੈਸੇ ਹੀ ਆ ਗਿਆ ਸੀ। ਕਹਿੰਦੇ ਕੋਈ ਕੰਮ? ਕਹਿੰਦੇ ਕੋਈ ਕੰਮ ਨਹੀਂ, ਕੋਈ ਗਰਜ ਨਹੀਂ ਤੇ ਤੂੰ। ਨਹਿਰੂ ਜਿਹੜੇ ਪ੍ਰਾਈਮ ਮਿਨਿਸਟਰ ਬਣਿਆ ਨਾ, ਸਾਡੇ ਇੱਕ ਨਿਰਮਲੇ ਸੰਤ ਸੀ, ਉੱਥੇ ਚਲੇ ਗਿਆ। ਉਦੋਂ ਫਿਰ ਲੋਕਾਂ ਦੀ ਸ਼ਰਧਾ ਸੀ, ਸਿਕਿਉਰਿਟੀ ਨਹੀਂ ਸੀ ਹੁੰਦੀ, ਤੇ ਨਹਿਰੂ ਬਾਹਰ ਬੈਠਾ ਧੁੱਪ ਸੇਕਦਾ ਸੀ। ਸੰਤ ਚਲੇ ਗਏ, ਨਹਿਰੂ ਸਾਹਿਬ ਆਏ, ਮਹਾਰਾਜ ਕਿਵੇਂ ਦਰਸ਼ਨ ਦਿੱਤੇ? ਕਹਿੰਦੇ ਵੈਸੇ ਹੀ। ਕਹਿੰਦੇ ਕੋਈ ਇੱਛਾ ਕੋਈ ਵੀ ਨਹੀਂ? ਕਹਿੰਦੇ ਫੇਰ ਕਿਵੇਂ ਆਏ? ਕਹਿੰਦੇ ਤਾਂ ਆਇਆ ਸੀ, ਤੂੰ ਪ੍ਰਾਈਮ ਮਿਨਿਸਟਰ ਬਣਿਆ, ਤੈਨੂੰ ਸੁੱਖ ਕਿੰਨਾ ਪਿਆ? ਕਹਿੰਦਾ ਮਹਾਰਾਜ ਜਿੱਦਣ ਦਾ ਪ੍ਰਾਈਮ ਮਿਨਿਸਟਰ ਬਣਿਆ ਨਾ, ਸਾਰੀ ਦੁਨੀਆ ਦੇ ਦੁੱਖ ਮੈਨੂੰ ਚਿੰਬੜ ਗਏ। ਫਿਕਰ ਪੈ ਗਿਆ, ਇੱਧਰ ਨਾ ਬਗਾਵਤ ਹੋ ਜਾ, ਉੱਧਰ ਨਾ ਹੋ ਜਾ, ਉੱਧਰ ਨਾ ਹੋ ਜਾ। ਕਹਿੰਦੇ ਅੱਗੇ ਤਾਂ ਆਨੰਦ ਸੀ, ਉਦਣ ਦਾ ਸਿਆਪਾ ਗਲ ਪਿਆ ਹੈ। ਆਨੰਦ ਤੁਸੀਂ ਲੈਣੇ ਸੰਤ ਜੀ, ਮਹਾਂਪੁਰਖੋ ਤੁਸੀਂ ਆਨੰਦ ਲੈ ਰਹੇ ਹੋ। ਤਿਉਂ ਤਿਉਂ ਸੈਲ ਕਰੇ ਜਿਉਂ ਭਾਵੇਂ ਮਹਿਰਮ ਮਹਿਲ ਨਾ ਕੋ, ਉਹਨਾਂ ਨੂੰ ਕੋਈ ਰੋਕ ਟੋਕ ਨਹੀਂ। ਕਹਿ ਰਵਿਦਾਸ ਖਲਾਸ ਸਮਾਰ। ਰਵਿਦਾਸ ਚਿਮਿਆਰ ਜਾਤੀ ਕਹਿੰਦੇ ਆ, ਚੰਮ ਦੇ ਆਲੇ ਸਰੀਰ 'ਚ ਬਹਿ ਕੇ ਖਲਾਸ, ਮੈਂ ਖਲਾਸਾ ਹੋ ਗਿਆ, ਬੰਧਨ ਤੋਂ ਰਹਿਤ ਮੇਰੀ ਅਵਸਥਾ ਹੋ ਗਈ। ਹੁਣ ਮੈਨੂੰ ਕੋਈ ਬੰਧਨ ਨਹੀਂ ਰਹਿ ਗਿਆ, ਆਤਮਾ ਗਿਆਨ ਪਾ ਲਿਆ। ਜੋ ਹਮ ਸ਼ਹਿਰੀ ਸੋ ਮੀਤ ਹਾਂ। ਕਹਿੰਦੇ ਉਹ ਸਾਡਾ ਸ਼ਹਿਰੀ ਹੈ, ਉਹ ਸਾਡੇ ਬੇਗਮਪੁਰੇ 'ਚ ਰਹਿਣ ਵਾਲਾ, ਉਹ ਸਾਡਾ ਮਿੱਤਰ ਆ, ਜਿਹਨੂੰ ਸਾਡੇ ਵਾਲੀ ਅਵਸਥਾ ਮਿਲ ਗਈ। ਤੇ ਜਿਹਨੂੰ ਆਤਮਾ ਗਿਆਨ ਦੀ ਅਵਸਥਾ ਨਹੀਂ ਮਿਲੀ, ਉਹ ਮਹਾਂਪੁਰਖ ਨੂੰ ਕੀ ਸਮਝ ਸਕਦਾ? ਕਹਿੰਦੇ ਖਲਾਸ ਤੁਮਾਰਾ, ਅਸੀਂ ਹੁਣ ਖਲਾਸੇ, ਹੁਣ ਨਿਰਬੰਧ ਹੋ ਗਿਆ, ਸਾਨੂੰ ਕੋਈ ਬੰਧਨ ਨਹੀਂ ਰਹਿ ਗਿਆ। ਜੋ ਸ਼ਹਿਰੀ ਸੋ ਮੀਤ ਹਮਾਰਾ। ਕਹਿੰਦੇ ਸਾਡੇ ਸ਼ਹਿਰ ਦਾ ਉਹ ਵਾਸੀ ਆ, ਉਹ ਸਾਡਾ ਮਿੱਤਰ ਆ, ਜਿਹਨੂੰ ਇਹ ਆਤਮਾ ਗਿਆਨ ਦੀ ਅਵਸਥਾ ਪ੍ਰਾਪਤ ਹੋ ਗਈ ਹੈ। ਸੋਏ ਭਗਤ ਰਵਿਦਾਸ ਜੀ ਦਾ ਸ਼ਬਦ, ਜਿਹਦੀ ਵਿਚਾਰਧਾਰਾ ਆਪ ਜੀ ਨੇ ਸਰਵਣ ਕੀਤੀ ਹੈ। ਮਹਾਰਾਜ ਕਿਰਪਾ ਕਰਨ, ਇਹ ਪਵਿੱਤਰ ਵਿਚਾਰ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਨਿਵਾਸ ਕਰੇ, ਤੇ ਮਹਾਰਾਜ ਕਿਰਪਾ ਕਰਨ, ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ।